ਸੱਚੀ ਬਾਣੀ। ਬਿਗਨ ਬਿਨਾਸਨ ਸੋਏ ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਤ ਦਇਆਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਦੋਹਰਾ। ਬਿਰਖ ਚਲੈ ਜਹ ਸੰਗ, ਊੜ ਹੋਇਓ ਤਿਮਰ ਗੁਬਾਰ। ਹਾਥ ਪਸਾਰ ਨਾ ਸੋਜਈ, ਦੁਖ ਬਹੁ ਦੇਵਨਹਾਰ। ਪਤਿਤ ਪਾਵਨ ਕਿਰਪਾ ਨਿਦਾਨ, ਤਖਤ ਚਵਰ ਛਤਰ ਸਿੰਘਾਸਨ ਦੇ ਮਾਲਕ ਸ਼ਬਦ ਗੁਰੂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ। ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਮਹਾਨ ਬਖਸ਼ਿਸ਼ ਕਿਰਪਾ ਰਹਿਮਤ ਹੋਈ ਹੈ। ਕੁਝ ਸਮਾਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਗੁਰ ਇਤਿਹਾਸ ਸਰਵਣ ਕਰਨ ਦਾ ਪ੍ਰਾਪਤ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਨੇ ਧਰਤੀ ਦਾ ਵੱਡਾ ਭਰਮਣ ਕੀਤਾ ਹੈ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਵਾ। ਗੁਰਮੁਖ ਕਲ ਵਿੱਚ ਪ੍ਰਗਟ ਹੋਵਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਪਹੁੰਚ ਕੇ ਜੀਵਾਂ ਦਾ ਉਧਾਰ ਕੀਤਾ ਹੈ। ਅੱਜ ਦਾ ਜੋ ਪ੍ਰਸੰਗ ਸਰਵਣ ਕਰਨਾ ਹੈ, ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਕਲਯੁਗ ਦਾ ਮਿਲਾਪ ਹੋਇਆ ਹੈ। ਕਲਯੁਗ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਰਖ ਕਰਨੀ ਚਾਹੁੰਦਾ ਹੈ। ਕਲਯੁਗ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣੇ ਭਿਆਨਕ ਰੂਪ ਵੇਖ ਕੇ ਡਰਾਉਣਾ ਚਾਹੁੰਦਾ ਹੈ। ਪਰ ਸਾਹਿਬਾਂ ਦੀ ਮਹਿਮਾ ਕਲਯੁਗ ਨਹੀਂ ਜਾਣਦਾ ਕਿ ਗੁਰੂ ਨਾਨਕ ਦੇਵ ਮਹਾਰਾਜ ਆਪ ਕਲਯੁਗ ਨੂੰ ਤਾਰਨ ਵਾਲੇ ਹਨ, ਕਲਯੁਗ ਦੇ ਜੀਵਾਂ ਦਾ ਉਧਾਰ ਕਰਨ ਵਾਲੇ ਹਨ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ, ਕਲਯੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾਇਆ। ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦਾ ਮਹਾ ਮੰਤਰ, ਜਿਸ ਨੂੰ ਪੜ੍ਹ ਕੇ ਬੇਅੰਤ ਜੀਵਾਂ ਦਾ ਉਧਾਰ ਹੋਇਆ ਹੈ। ਹੁਣ ਕਲਯੁਗ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੇ ਸਾਹਮਣੇ ਖੜਾ ਹੋਇਆ ਤੇ ਬੜਾ ਹੀ ਭਿਆਨਕ ਰੂਪ ਵਿੱਚ ਗੁਰੂ ਨਾਨਕ ਮਹਾਰਾਜ ਜੀ ਨੂੰ ਡਰਾਉਣਾ ਚਾਹੁੰਦਾ ਹੈ। ਇਹ ਪਾਵਨ ਪਵਿੱਤਰ ਇਤਿਹਾਸ ਜਿੰਨਾ ਕੁ ਸਮਾਂ ਪ੍ਰਾਪਤ ਹੋਵੇਗਾ, ਇਸ ਵਿੱਚੋਂ ਕੁਝ ਸਾਹਿਬਾਂ ਦੇ ਬੇਅੰਤ ਚੋਜ ਆਪਾਂ ਨੇ ਸਰਵਣ ਕਰਨੇ ਹਨ। ਸਰਵਣ ਕਰਨ ਦੇ ਵਾਸਤੇ ਆਪ ਸਰਬੱਤ ਸੰਗਤਾਂ ਪਿਆਰ ਦੇ ਨਾਲ ਮਹਾ ਮੰਤਰ ਦਾ ਓਟ ਆਸਰਾ ਲਈਏ, ਤਾਂ ਕਿ ਜੋ ਸੁਰਤੀ ਬਿਰਤੀ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕ ਜਾਵੇ। ਪਿਆਰ ਦੇ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਦੋਹਰਾ। ਬਿਰਖ ਚਲੈ ਜਹ ਸੰਗ, ਉਡ ਹੋਇਓ ਤਿਮਰ ਗੁਬਾਰ। ਕਲਯੁਗ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੇ ਸਾਹਮਣੇ ਖੜਾ ਹੋ ਕੇ ਬੜੇ ਕਰਤਵ ਤੇ ਬੜੇ ਕੌਤੁਕ ਦਿਖਾਉਣ ਲੱਗਾ ਹੈ। ਇੱਕਦਮ ਹਨੇਰੀ ਚਾੜ ਕੇ ਤੇ ਵੱਡੇ ਵੱਡੇ ਦਰਖਤਾਂ ਨੂੰ ਮੁੱਢ ਤੋਂ ਪੁੱਟ ਕੇ ਆਕਾਸ਼ ਵੱਲ ਉਡਾਉਣ ਲੱਗ ਪਿਆ। ਹਾਥ ਪਸਾਰ ਨਾ ਸੋਜਈ, ਦੁਖ ਬਹੁ ਦੇਵਨਹਾਰ। ਜਿਹੜੇ ਹੀ ਕਲਯੁਗ ਨੇ ਹਨੇਰ ਚਾੜ ਕੇ ਇੰਨਾ ਹਨੇਰਾ ਕਰ ਦਿੱਤਾ ਕਿ ਆਪਣੇ ਹੱਥ ਵੀ ਨਹੀਂ ਦਿਸ ਰਹੇ। ਲਾਲ ਹਨੇਰੀ ਤੇ ਵੱਡੇ ਵੱਡੇ ਦਰਖਤ ਪੁੱਟ ਕੇ ਕਲਯੁਗ ਆਕਾਸ਼ ਵੱਲ ਨੂੰ ਉਡਾਉਣ ਲੱਗਾ। ਚੌਪਈ ਜਬ ਮਰਦਾਨੈ ਤਹ ਦਿਸ ਦੇਖਾ। ਭਾਈ ਸਾਹਿਬ ਭਾਈ ਮਰਦਾਨਾ ਸਾਹਿਬ ਜੀ ਤੱਕਦੇ ਹਨ। ਹਿਰਦੈ ਮੰਦ ਮੈਂ ਪੀਨ ਬਿਸੇਖਾ। ਹਿਰਦੇ ਵਿੱਚ ਠੋਰਾ ਭੈ ਰੱਖਦੇ ਡਰਦੇ ਹਨ ਭਾਈ ਮਰਦਾਨਾ ਜੀ। ਆਨਨ ਪਰ ਅੰਬਰ ਤੋਂ ਪਾਈ। ਭਾਈ ਮਰਦਾਨਾ ਸਾਹਿਬ ਜੀ ਆਪਣੇ ਮੁਖ ਤੇ ਕੱਪੜਾ ਲੈ ਕੇ ਧਰਤੀ ਤੇ ਲੇਟ ਗਏ ਹਨ। ਸ੍ਰੀ ਨਾਨਕ ਸੋ ਬਚਨ ਉਚਾਈ।
ਉਤਾਰੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਆਖਣ ਲੱਗੇ, ਹੇ ਗੁਰੂ ਨਾਨਕ ਦੇਵ ਜੀ, ਵੱਡ ਉਦਿਆਨ ਅਨ ਕੈ ਮਾਰੈ। ਮਹਾਰਾਜ ਕਿੱਥੇ ਬੀਆਬਾਨ ਜੰਗਲ ਵਿੱਚ ਲਿਆ ਕੇ ਮਾਰਿਆ ਜੇ। ਹੋਰ ਕਵਨ ਤੇ ਪੀ ਹੋ ਰਹਾ। ਮਹਾਰਾਜ ਇੱਥੇ ਨਾ ਤੇ ਮੜੀ ਨਸੀਬ ਹੋਵੇਗੀ ਤੇ ਨਾ ਸਰੀਰ ਉੱਤੇ ਕਫਨ ਪ੍ਰਾਪਤ ਹੋਵੇਗਾ। ਇਹਾਂ ਆਨ ਬਹੁਤੋਂ ਦੁਖ ਲਹਾ। ਮਹਾਰਾਜ ਇਸ ਬੀਆਬਾਨ ਜੰਗਲ ਵਿੱਚ ਸਾਨੂੰ ਹੁਣ ਭਾਰੀ ਦੁੱਖ ਸਾਹਮਣਾ ਕਰਨਾ ਪਵੇਗਾ। ਬਿਗਸਤ ਸ਼੍ਰੀ ਮੁਖ ਧੀਰਜ ਦੀਨਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਹੜੇ ਧੀਰਜ ਦੇ ਸਾਗਰ ਹਨ, ਸਤਿਗੁਰੂ ਜੀ ਧੀਰਜ ਦੇ ਕੇ ਆਖਣ ਲੱਗੇ, ਓ ਮਰਦਾਨੇ ਤੈ ਪੈ ਕੀਨਾ। ਭਾਈ ਮਰਦਾਨੇ ਜੀ ਭੈ ਕਿਉਂ ਕਰਦੇ ਹੋ, ਕਰਤਾਰ ਭਲੀ ਕਰੇਗਾ। ਨਹੀਂ ਸਮੀਪ ਆਏ ਕਿਛ ਤੇਰੇ। ਭਾਈ ਮਰਦਾਨਿਆਂ, ਕਲਯੁਗ ਜਿੰਨਾ ਮਰਜੀ ਡਰਾਉਣਾ ਚਾਹੇ, ਤੇਰੇ ਉੱਤੇ ਕਰਤਾਰ ਦੀ ਕਿਰਪਾ ਤੇਰੇ ਨੇੜੇ ਨਹੀਂ ਆ ਸਕਦਾ। ਕਿਉ ਤੂੰ ਪਿਓ ਅਰਧ ਕਨੇਰੇ। ਅਧੀਰ ਕਨੇਰੇ। ਭਾਈ ਮਰਦਾਨਾ ਜੀ ਤੁਸੀਂ ਕਿਉਂ ਇੰਨਾ ਅਧੀਰ ਹੋ ਗਏ, ਕੀ ਕਾਰਨ ਹੈ? ਸੁਨੋ ਪ੍ਰਭੂ ਮੁਝ ਕਪ ਕਨੇਰਾ। ਆਖਣ ਲੱਗਾ, ਮਹਾਰਾਜ ਇੰਨਾ ਵੱਡਾ ਸਰੀਰ ਇਸ ਦਾ, ਸਿਰ ਮਨ ਆਕਾਸ਼ ਦੇ ਨਾਲ ਲੱਗਾ ਹੋਇਆ ਤੇ ਪੈਰ ਇਸ ਦੇ ਪਤਾਲ ਦੇ ਨਾਲ, ਭਿਆਨਕ ਰੂਪ ਹੈ ਮਹਾਰਾਜ। ਐਸਾ ਸਤ ਨਾ ਮੈਂ ਕਬ ਹੇਰਾ। ਮਹਾਰਾਜ ਐਸਾ ਸੀਤ ਨਾ ਮੈਂ ਕਬ ਹੇਰਾ। ਮਹਾਰਾਜ ਇਹਦਾ ਸਰੂਪ ਵੇਖ ਕੇ ਮੈਂ ਤਾਂ ਡਰ ਗਿਆ ਹਾਂ, ਕਾਂਬਾ ਛਿੜ ਚੁੱਕਿਆ ਹੈ। ਜੀਵ ਲੈਣ ਇਹ ਆਏ ਕੰਦੇਰੀ। ਮਹਾਰਾਜ ਇਹ ਲਾਲ ਹਨੇਰੀ ਜਿਹੜੀ ਚੜੀ ਹੈ, ਜੀਵਾਂ ਨੂੰ ਲੈ ਕੇ ਚਲੀ ਜਾਵੇਗੀ। ਪਈ ਅਰਬਲ ਪੂਰਨ ਮੇਰੀ। ਆਖਣ ਲੱਗਾ, ਮਹਾਰਾਜ ਇਵੇਂ ਜਾਪਦਾ ਜਿਵੇਂ ਹੁਣ ਮੇਰੀ ਉਮਰ ਪੂਰੀ ਹੋ ਗਈ ਹੋਵੇ, ਕਿ ਇਹ ਜਿਹੜਾ ਕਲਯੁਗ ਹੈ ਇਹ ਸਾਨੂੰ ਮਾਰ ਦੇਵੇਗਾ। 500 ਦੈਂਤ ਦੇਹ ਕਰ ਤਰ ਆਵਾ। 500 ਦੈਂਤ ਦੇਹ ਧਰ ਆਵਾ। ਫਿਰ ਕਲਯੁਗ ਨੇ ਦੈਂਤ ਦਾ ਸਰੂਪ ਧਾਰਨ ਕੀਤਾ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੇ ਸਾਹਮਣੇ। ਸਿਰ ਨਭ ਪੱਗ ਪਾਤਾਲ ਬਨਾਵਾ। ਸਿਰ ਆਕਾਸ਼ ਤੱਕ ਤੇ ਪੈਰ ਪਤਾਲ ਤੱਕ ਮਾਨੋ ਇਸ ਦੇ ਹਨ। ਦੀਰਘ ਦਾਤ ਭਿਆਨਕ ਰੂਪਾ। ਬੜਾ ਹੀ ਭਿਆਨਕ ਇਸ ਦਾ ਰੂਪ ਹੈ। ਭਾਈ ਮਰਦਾਨਾ ਜੀ ਤੱਕ ਕੇ ਤੇ ਭੈ ਭੀਤ ਹੁੰਦੇ ਹਨ। ਰੂਪ ਨੈ ਇਹ ਕਿਛ ਨਾਹੀ। ਮਹਾਰਾਜ ਜੀ ਆਖਣ ਲੱਗੇ, ਮਰਦਾਨਿਆਂ ਸਾਡਾ ਕੀ ਵਿਗਾੜ ਲਏਗਾ ਕਲਯੁਗ, ਸਾਡੇ ਉੱਤੇ ਕਰਤਾਰ ਦੀ ਰਹਿਮਤ ਹੈ। ਨਿਕਟ ਨਾ ਆਵੇ ਜਾਏ ਪਰਾਹੀ। ਜਿੰਨੇ ਮਰਜੀ ਇਹ ਆਪਣੇ ਤੌਰ ਤਰੀਕੇ ਵਰਤ ਲਵੇ, ਸਾਡੇ ਨੇੜੇ ਨਹੀਂ ਆਵੇਗਾ। ਵਾਹਿਗੁਰੂ ਕਹਿ ਧੀਰਜ ਕਰੀਏ। ਭਾਈ ਮਰਦਾਨਿਆਂ, ਵਾਹਿਗੁਰੂ ਦਾ ਨਾਮ ਏਡਾ ਬੇਅੰਤ ਹੈ। ਵਾਹਿਗੁਰੂ ਦਾ ਨਾਮ ਜਪ ਕੇ ਹਿਰਦੇ ਵਿੱਚ ਧੀਰਨ ਧਾਰਜ ਕਰ। ਕਹਤੇ ਤਰਕ ਨਾ ਤਰਾਸ ਵਿਚਰੀਏ। ਤਨਕ ਜਿੰਨਾ ਵੀ, ਥੋੜਾ ਜਿੰਨਾ ਵੀ ਕਲਯੁਗ ਤੋਂ ਡਰਨ ਦੀ ਲੋੜ ਨਹੀਂ, ਕਰਤਾਰ ਭਲੀ ਕਰੇਗਾ। ਕਲਯੁਗ ਅਗਨ ਪੇਖ ਤਨ ਤਾਰਾ। ਕਲਯੁਗ ਨੇ ਹੁਣ ਆਪਣੇ ਮੁਖ ਵਿੱਚੋਂ ਅਗਨ ਦੀਆਂ ਲਾਟਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ। ਤੁਮ ਉਠਿਓ ਜੋ ਤਰਫ ਅਪਾਰਾ। ਮਾਨੋ ਕਿ 4 ਸਫੇਰੇ ਕਲਯੁਗ ਨੇ ਧੂਆਂ ਹੀ ਧੂਆਂ ਕਰ ਦਿੱਤਾ। ਚਾਹੁੰਦਾ ਹੈ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਡਰ ਜਾਣਗੇ। ਮੁਖ ਡੰਬ ਪੌਂਡ ਰਹਿਓ ਮਰਦਾਨਾ। ਭਾਈ ਮਰਦਾਨਾ ਜੀ ਮਹਾਨ ਕੌਤਕ ਵੇਖ ਕੇ ਕੁਝ ਭੈ ਭੀਤ ਹੁੰਦੇ ਹਨ। ਪਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਹੜੇ ਧੀਰਜ ਧਰ ਕੇ। ਧੀਰਜ ਧਰ ਧੀਰਜ ਗੁਰ ਤਹਾਂ ਸੁਨਾਏ। ਕਦੇ ਕਲਯੁਗ ਆਕਾਸ਼ ਵਿੱਚੋਂ ਵੱਡੇ ਵੱਡੇ ਗੋਲੇ ਸੁੱਟਣ ਲੱਗ ਪੈਂਦਾ, ਕਦੇ ਮੁਖ ਵਿੱਚੋਂ ਅੱਗ ਦੀਆਂ ਲਾਟਾਂ ਕੱਢਣ ਲੱਗ ਪੈਂਦਾ, ਤੇ ਕਦੇ ਹਨੇਰੀ ਚਾੜ ਕੇ ਸਾਹਿਬਾਂ ਨੂੰ ਡਰਾਉਣਾ ਚਾਹੁੰਦਾ ਹੈ। ਨਿਕਟ ਕਛੂ ਸੁਹਿਨਾ ਰਹਿ ਆਏ। ਮਹਾਰਾਜ ਜੀ ਆਖਣ ਲੱਗੇ, ਧੀਰਜ ਧਰ ਭਾਈ ਮਰਦਾਨਿਆਂ, ਕਲਯੁਗ ਨੇ ਸਾਡਾ ਕੀ ਵਿਗਾੜ ਲੈਣਾ ਹੈ। ਕਬ ਕਲ ਯੁਗ ਨੇ ਨਿਸ਼ਚੈ ਜਾਨੀ। ਹੁਣ ਕਲਯੁਗ ਨੂੰ ਸਮਝ ਆ ਗਈ ਤੇ ਜਗਤ ਦੇ ਮਾਲਕ ਗੁਰੂ ਨਾਨਕ ਦੇਵ ਮਹਾਰਾਜ ਕਲਯੁਗ ਦੇ ਅਵਤਾਰ ਹਨ। ਇਸ ਕਰਕੇ ਕਲਯੁਗ ਨੇ ਹੁਣ ਕੁਝ ਸਮਝ ਲਿਆ ਹੈ। ਅਵਤਾਰ ਰੂਪ ਗੁਣ ਖਾਨੀ। ਸਮਝ ਗਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਕਲਯੁਗ ਦੇ ਅਵਤਾਰ ਹਨ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਹੁਣ ਕਲਯੁਗ ਸਮਝ ਗਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਿਮਾ। ਮਾਨੁਖ ਰੂਪ ਧਾਰ ਪੁਨ ਆਓ। ਮਨੁੱਖ ਰੂਪ ਇਸਨੇ ਧਾਰਨ ਕੀਤਾ ਤੇ ਮਹਾਰਾਜ ਜੀ ਦੇ ਸਾਹਮਣੇ ਖੜਾ ਹੋ ਕੇ ਬੇਨਤੀਆਂ ਕਰਨ ਲੱਗਾ ਹੈ। ਅਧਿਕ ਬਣਤੇ ਅਗਨ ਬਣਾਓ। ਫਿਰ ਵੀ ਆਪਣੇ ਮੁਖ ਵਿੱਚੋਂ ਅੱਗ ਦੇ ਗੋਲੇ ਕੱਢਦਾ ਹੋਇਆ ਮਹਾਰਾਜ ਦੇ ਸਾਹਮਣੇ ਆਇਆ। ਦੇਹ ਕੰਚ ਕੀ ਜਹੇ ਸਵਾਰੀ। ਕਦੇ ਸੋਨੇ ਦੀ ਦੇਹ ਬਣਾ ਲੈਂਦਾ ਹੈ, ਕਦੇ ਦੈਂਤ ਦਾ ਰੂਪ ਧਾਰਨ ਕਰ ਲੈਂਦਾ ਹੈ। ਵੱਖ-ਵੱਖ ਤਰੀਕਿਆਂ ਦੇ ਨਾਲ ਮਹਾਰਾਜ ਉੱਤੇ ਆਪਣੇ ਪ੍ਰਭਾਵ ਪਾਉਣਾ ਚਾਹੁੰਦਾ ਹੈ। ਇੱਕ ਹੱਥ ਮੈਂ ਜਿਹਵਾ ਤਾਰੀ। ਭਾਈ ਬਾਲਾ ਜੀ ਲਿਖਦੇ ਹਨ,
ਕਿ ਕਲਯੁਗ ਨੇ ਕੈਸਾ ਰੂਪ ਧਾਰਨ ਕੀਤਾ ਹੋਇਆ, ਹੱਥ ਵਿੱਚ ਜੀਭਾਂ ਨੂੰ ਫੜਿਆ ਹੋਇਆ। ਜੀਭ ਬੜੀ ਵੱਡੀ ਹੈ, ਜੀਭ ਬਾਹਰ ਕੱਢ ਕੇ ਤੇ ਕਲਯੁਗ ਨੇ ਹੱਥ ਵਿੱਚ ਫੜੀ ਹੋਈ। ਕਹਿਓ ਲਿੰਗ ਕੋ ਦੂਸਰ ਹਾਥਾ, ਦੂਸਰੇ ਹੱਥ ਵਿੱਚ ਕਾਮ ਰਸ ਇੰਦਰੀ ਨੂੰ ਪਕੜ ਕੇ ਕਲਯੁਗ ਚੋਜ ਤਮਾਸ਼ੇ ਕਰਦਾ ਹੈ। ਆਵਾ ਸਨਮੁਖ ਜਾਹੇ ਜਗਨਾਥਾ, ਜਿੱਥੇ ਜਗਤ ਦੇ ਨਾਥ ਗੁਰੂ ਨਾਨਕ ਮਹਾਰਾਜ ਜੀ ਬੈਠੇ, ਉੱਥੇ ਕਲਯੁਗ ਪਹੁੰਚ ਗਿਆ ਹੈ। ਬਿਗਸਤ ਮੁਖ ਤੇ ਕਹਿ ਸੁਖ ਰਾਸਾ, ਮਹਾਰਾਜ ਜੀ ਬੜੇ ਪ੍ਰਸੰਨ ਹੋਏ ਤੇ ਭਾਈ ਮਰਦਾਨੇ ਜੀ ਨੂੰ ਆਖਣ ਲੱਗੇ, ਉੱਠ ਮਰਦਾਨਿਆ, ਵੇਖ ਮਰਦਾਨਿਆ ਰੰਗ ਕਰਤਾਰ ਦੇ। ਸਾਵਧਾਨ ਵਹਿ ਧੀਰਜ ਤਰੀਏ, ਇਸ ਕਰਕੇ ਭਾਈ ਮਰਦਾਨਾ ਜੀ ਧੀਰਜ ਧਾਰਨ ਕਰ, ਸਾਵਧਾਨ ਹੋ ਜਾ। ਕਾਹੂ ਤਨਕ ਨ ਤਰਾਸ ਵਿਚਰੀਏ, ਕਿ ਭੋਰਾ ਜਿੰਨਾ ਵੀ ਉਸ ਤੋਂ ਡਰਨ ਦੀ ਲੋੜ ਨਹੀਂ ਹੈ। ਅੰਨ ਕਲੀ ਤਬ ਬੰਧਨ ਕਰਕੇ, ਨਾਨਕ ਦੀ ਐਸੀ ਕਿਰਪਾ ਹੋਈ, ਜਿਹੜਾ ਕਲਯੁਗ ਆਪਣਾ ਪ੍ਰਭਾਵ ਪਾਉਣਾ ਚਾਹੁੰਦਾ ਸੀ ਤੇ ਭਾਈ ਬਾਲਾ ਜੀ ਲਿਖਦੇ ਹਨ, ਆਨ ਕਲੀ ਤਬ ਬੰਧਨ ਕਰਕੇ। ਦੋਵੇਂ ਹੱਥ ਜੋੜ ਕੇ ਕਲਯੁਗ ਮਹਾਰਾਜ ਜੀ ਦੇ ਸਨਮੁਖ ਖੜਾ ਹੋ ਗਿਆ ਹੈ। ਬੋਲਿਓ ਨਿਜ ਅਪਰਾਧ ਵਿਚਰ ਕੇ, ਸਮਝ ਗਿਆ ਹੈ ਕਿ ਮੇਰੇ ਕੋਲੋਂ ਭਾਰੀ ਗਲਤੀ ਹੋ ਗਈ। ਮਹਾਰਾਜ ਤੇ ਕਲਯੁਗ ਦੇ ਅਵਤਾਰ ਹਨ। ਬਖਸ਼ੋ ਖਤਾ ਜਿਤੀ ਮੈਂ ਕੀਨੀ, ਮਹਾਰਾਜ ਮੇਰੇ ਕੋਲੋਂ ਭਾਰੀ ਗਲਤੀ ਹੋਈ, ਬਖਸ਼ ਦੇਵੋ। ਰਾਵਰ ਕੀ ਮਹਿਮਾ ਨਹਿ ਚੀਨੀ, ਆਪ ਜੀ ਦੀ ਮਹਿਮਾ ਮੈਂ ਨਹੀਂ ਜਾਣ ਸਕਿਆ, ਗਰੀਬ ਨਵਾਜ। ਅਬ ਇਸ ਸਮੈ ਮੋਰ ਸਿਕਦਾਰੀ, ਪਰ ਮਹਾਰਾਜ ਇਸ ਯੁੱਗ ਵਿੱਚ ਮੇਰੀ ਸਰਦਾਰੀ ਹੈ। ਮੈਂ ਕਲਯੁਗ ਹਾਂ ਮਹਾਰਾਜ, ਕਿਉਂਕਿ ਸਤਯੁਗ, ਤ੍ਰੇਤਾ, ਦੁਆਪਰ ਤੇ ਹੁਣ ਕਲਯੁਗ ਹੈ ਮਹਾਰਾਜ, ਤੇ ਮੇਰੀ ਸਰਦਾਰੀ ਹੈ ਇਸ ਯੁੱਗ ਵਿੱਚ। ਦੀਨੀ ਤੁਮ ਨਿਜ ਕਰੁਣਾ ਤਾਰੀ, ਮਹਾਰਾਜ ਆਪ ਜੀ ਨੇ ਤੇ ਮੈਨੂੰ ਸਰਦਾਰੀ ਬਖਸ਼ੀ ਹੋਈ ਹੈ। ਗੁਰੂ ਨਾਨਕ ਮਹਾਰਾਜ ਜੀ ਨੂੰ ਆਖਣ ਲੱਗਾ, ਅਬ ਲੱਛਣ ਨਰ ਜੈਸੇ ਕਰਹੀ, ਮਹਾਰਾਜ ਜੀ ਨੂੰ ਆਖਣ ਲੱਗਾ, ਮਹਾਰਾਜ ਇਸ ਯੁੱਗ ਵਿੱਚ ਜੈਸਾ ਮੈਂ ਕਹਾਂਗਾ ਤੈਸਾ ਲੋਕ ਕਰਨਗੇ, ਮੇਰੀ ਸਰਦਾਰੀ ਹੋਵੇਗੀ। ਤੈਸੇ ਪੇਖ ਆਓ ਸੈ ਤਰਿਸੈ, ਇਸ ਕਰਕੇ ਮੈਂ ਤਰ੍ਹਾਂ ਤਰ੍ਹਾਂ ਦੇ ਹੁਣ ਭੇਸ ਧਾਰਨ ਕਰਾਂਗਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਕਲਯੁਗ ਬੜਾ ਪਿਆਰ ਦੇ ਨਾਲੇ ਬਚਨ ਕਰਨ ਲੱਗਾ ਹੈ। ਸੁਨ ਕਰ ਇਉ ਬੋਲੇ ਜਗਤੇਸਾ, ਜਗਤ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ, ਜਾਣੀ ਜਾਣ ਸਤਿਗੁਰੂ ਭਾਈ ਤੂੰ ਕੌਣ ਹੈ? ਕੋ ਤਵ ਨਾਮ ਕੌਣ ਹੈ ਦੇਸਾ, ਤੇਰਾ ਦੇਸ਼ ਕਿਹੜਾ ਹੈ ਤੇ ਤੇਰਾ ਨਾਮ ਕੀ ਹੈ? ਕੌਣ ਕਾਜ ਹਿਤ ਚਲ ਕਰ ਆਇਓ, ਤੇ ਸਾਡੇ ਨਾਲ ਤੈਨੂੰ ਕੀ ਕੰਮ ਕਾਜ ਹੈ? ਸਾਡੇ ਸਾਹਮਣੇ ਕਿਉਂ ਆਇਆ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਆਖਣ ਲੱਗੇ, ਇਸ ਪ੍ਰਕਾਰ ਕਿਉ ਕਪਟ ਦਿਖਾਓ, ਕਿਉਂ ਤਰ੍ਹਾਂ ਤਰ੍ਹਾਂ ਦੇ ਕਪਟ ਤੇ ਛਲ ਤੂੰ ਦਿਖਾਏ ਹਨ। ਕਦੇ ਲਾਲ ਹਨੇਰੀ ਚਾੜਦਾ ਹੈ, ਕਦੇ ਗੋਲੇ ਸੁੱਟਦਾ ਹੈ, ਕਦੇ ਅਗਨ ਦੀਆਂ ਲਾਟਾਂ ਕੱਢਦਾ ਹੈ। ਕੀ ਕਾਰਨ ਹੈ? ਸੁਨੋ ਗੁਰੂ ਜੀ ਕਲ ਜੁਗ ਨਾਮੂ, ਮਹਾਰਾਜ ਮੇਰਾ ਨਾਮ ਕਲਯੁਗ ਹੈ ਤੇ ਸਮੇਂ ਦਾ ਸਰਦਾਰ ਹਾਂ ਮੈਂ। ਦਰਸ਼ਨ ਕਰਬੈ ਕੋ ਮਮ ਕਾਮੂ, ਤੁਹਾਡੇ ਦਰਸ਼ਨ ਕਰਨ ਵਾਸਤੇ ਮਹਾਰਾਜ ਆਇਆ ਸੀ। ਨਮੋ ਕਰਨ ਰਾਵਨ ਕੋ ਆਇਓ, ਮਹਾਰਾਜ ਨਮੋ ਤੋਂ ਭਾਵ ਹੈ ਨਮਸਕਾਰ ਕਰਨ ਵਾਸਤੇ, ਦਰਸ਼ਨ ਦਿਦਾਰ ਕਰਨ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਪਹੁੰਚਿਆ। ਪਰਖਨ ਹਿਤ ਮੈਂ ਕਪਟ ਦਿਖਾਇਓ, ਪਰ ਆਪ ਜੀ ਦੀ ਪਰਖ ਕਰਨ ਵਾਸਤੇ, ਪਰਖਨ ਹਿਤ ਮੈਂ ਕਪਟ ਦਿਖਾਇਓ। ਤੁਹਾਡੀ ਪਰਖ ਕਰਨ ਵਾਸਤੇ ਮਹਾਰਾਜ ਇਹ ਵਲਛਲ ਕਰਕੇ ਦਿਖਾਏ ਹਨ। ਸ੍ਰੀ ਗੁਰੂ ਕਹੈ ਭਜੋ ਨਿਜ ਲੱਛਣ, ਮਹਾਰਾਜ ਜਾਣੀ ਜਾਣ ਸਤਿਗੁਰੂ ਜੀ ਆਖਣ ਲੱਗੇ, ਹੇ ਕਲਯੁਗ ਤੇਰੇ ਲੱਛਣ ਕੀ ਹੋਣਗੇ? ਤੋ ਨਵ ਨੈਣ ਸੈਨਾ ਲੰਗ ਸੰਗ ਬਿਲਛਣ, ਕਲਯੁਗ ਜਿਹੜਾ ਸਰਦਾਰ ਹੁੰਦਾ ਨਾ, ਜਿਹੜਾ ਰਾਜਾ, ਉਹਦੀਆਂ ਕੁਝ ਸੈਨਾ ਹੁੰਦੀਆਂ ਹਨ। ਉਸ ਦੀਆਂ ਸੈਨਾ ਹੁੰਦੀਆਂ, ਸੈਨਾਪਤੀ, ਰਾਜੇ, ਵਜ਼ੀਰ ਆਦਿਕ ਫੌਜਾਂ ਹੁੰਦੀਆਂ ਹਨ। ਤੇ ਤੇਰੀ ਸੈਨਾ ਕਿਹੜੀ ਹੈ? ਮਹਾਰਾਜ ਜੀ ਆਖਣ ਲੱਗੇ, ਇਸ ਪ੍ਰਕਾਰ ਕੀ ਤੁਮ ਸਰਦਾਰੀ, ਤੇਰੀ ਸਰਦਾਰੀ ਕਿਸ ਪ੍ਰਕਾਰ ਦੀ ਹੈ ਦੱਸਣਾ ਕਰ। ਸੁਨ ਕਲ ਜੁਗ ਪੁਨ ਗਿਰਾ ਉਚਾਰੀ, ਮਹਾਰਾਜ ਜੀ ਦੇ ਬਚਨ ਕਲਯੁਗ ਨੇ ਸੁਣ ਕੇ ਆਖਣ ਲੱਗਾ ਹੈ, ਪੂਰ ਸੂਰ ਸਭ ਕੇਰ ਅੰਗਾਰੀ। ਮਹਾਰਾਜ ਇਸ ਸਮੇਂ ਵਿੱਚ ਮੇਰਾ ਸਭ ਤੋਂ ਵੱਡਾ ਜਿਹੜਾ ਸੂਰਮਾ ਹੈ ਨਾ, ਉਹ ਹੈ ਨਾ ਝੂਠ ਹੈ, ਝੂਠ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਣੀ ਵਿੱਚ ਪਹਿਲਾਂ ਫਰਮਾਨ ਕਰ ਦਿੱਤਾ ਸੀ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜਨ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਸ਼ਰਮ ਧਰਮ ਦੋਏ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਕਲਯੁਗ ਆਖਣ ਲੱਗਾ, ਮਹਾਰਾਜ ਮੇਰਾ ਜਿਹੜਾ ਸਭ ਤੋਂ ਵੱਡਾ ਸੂਰਮਾ ਹੋਵੇਗਾ ਨਾ ਮੇਰੇ ਯੁੱਗ ਵਿੱਚ, ਉਹ ਝੂਠ ਹੋਵੇਗਾ। ਝੂਠੇ ਦੀ ਜੈ ਜੈਕਾਰ ਹੋਵੇਗੀ। ਚਲਤ ਤੁਜਾ ਵੱਡ ਕਰ ਮਹਿ ਪਾਤਾਰੀ, ਇਸ ਕਰਕੇ ਮਹਾਰਾਜ ਮੇਰਾ ਜਿਹੜਾ ਝੂਠ ਸੂਰਮਾ ਹੈ ਨਾ, ਇਹ ਕਿਸੇ ਕੋਲੋਂ ਜਿੱਤਿਆ ਨਹੀਂ ਜਾਵੇਗਾ ਮੇਰੇ ਸਮੇਂ ਵਿੱਚ। ਮੋਹ ਨਾਮ ਸਭ ਕੋ ਪੂਪਾਲਾ, ਇਸੇ ਤਰੀਕੇ ਦੇ ਨਾਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਮਹਾਰਾਜ ਇਹ ਮੇਰੇ ਯੋਧੇ ਹਨ। ਝੂਠ ਮੇਰਾ ਸੈਨਾਪਤੀ ਹੈ ਤੇ ਹਿੰਸਾ ਜਿਹੜੀ ਹੈ
ਉਹ ਵੀ ਮੇਰੀ ਬਲਵਾਨ ਇੱਕ ਸੂਰਮਾ ਹੈ। ਆਲਸ ਜੂਪ ਬਰਨੀ ਪਾਨਾ। ਮੇਰੇ ਸਮੇਂ ਵਿੱਚ ਲੋਕੀ ਜੂਆ ਖੇਡਣਗੇ, ਸ਼ਰਾਬਾਂ ਪੀਣਗੇ ਤੇ ਆਲਸੀ ਹੋਣਗੇ। ਦੁਰਾਚਾਰ ਸਭ ਚੜੇ ਕਿਕਾਨਾ। ਜਿਹੜੇ ਦੁਰਾਚਾਰੀ, ਜਿਹੜੇ ਵਿਕਾਰੀ ਪੁਰਸ਼ ਹੋਣਗੇ, ਉਹਨਾਂ ਨੂੰ ਰਾਜ ਭਾਗ ਪ੍ਰਾਪਤ ਹੋਵੇਗਾ। ਮਮਤਾ ਵਿਸ਼ਨ ਆਸਾ ਜੋਈ। ਇਸ ਤਰੀਕੇ ਦੇ ਨਾਲ ਮਹਾਰਾਜ ਮੇਰੇ ਰਾਜ ਵਿੱਚ ਵਿਸ਼ੇ ਵਿਕਾਰਾਂ ਦਾ ਬੜਾ ਵੱਡਾ ਬੋਲਬਾਲਾ ਹੋਵੇਗਾ। ਵਿਸ਼ੇ ਵਿਕਾਰ, ਆਦਿਕ, ਆਸ਼ਾ ਤੇ ਚੋਰੀ, ਇਹ ਸਭ ਬੇੜੇ ਹਨ, ਬੜੇ ਚਲਾਏਮਾਨ ਹੋ ਜਾਣਗੇ। ਦੋਹਰਾ ਔਰ ਗਗਨ ਕੈ ਲੱਗ ਕਰੋ, ਜੋ ਚਤੁਰਗਨ ਸੈਨ। ਮਹਾਰਾਜ ਜੀ ਆਖਣ ਲੱਗੇ, ਹੋਰ ਤੇਰੀ 4 ਪ੍ਰਕਾਰ ਦੀ ਸੈਨਾ ਕਿਹੜੀ ਹੈ? ਕਲਯੁਗ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਭਰਮ, ਦੋਈ, ਆਲਸ, ਆਸਾ, ਨੀਂਦ, ਨਿੰਦਾ, ਦਵੈਸ਼, ਇਹ ਤਾਂ ਤੇਰੀਆਂ ਸੈਨਾ ਹਨ। ਹੋਰ ਤੇਰੀ ਕਿਹੜੀ ਸੈਨਾ ਹੋਵੇਗੀ? ਚੰਡ ਦੋ ਰਹਿ ਜਿਸ ਦਿਸ਼ਾ ਕੋ, ਮਾਰਕ ਰਹਿ ਬਿਨ ਚੈਨ। ਮਹਾਰਾਜ ਮੇਰੀ ਸੈਨਾ ਜਿਸ ਪਾਸੇ ਵੀ ਚੜੇਗੀ ਨਾ, ਸਾਰਿਆਂ ਦਾ ਮਲੀਆ ਮੇਟ ਕਰੀ ਜਾਵੇਗੀ। ਵੱਡੇ ਵੱਡੇ ਸੰਤਾਂ, ਮਹੰਤਾਂ, ਬ੍ਰਹਮਚਾਰੀ, ਜਤੀ ਸਤੀਆਂ ਦੇ ਸੱਤ ਭੰਗ ਕਰ ਦੇਵੇਗੀ। ਚੋਪਈ ਇਨ ਆਗੈ ਨਹਿ ਥਿਰ ਹੈ ਕੋ। ਮਹਾਰਾਜ ਮੇਰੇ ਜਿਹੜੇ ਸੂਰਮੇ ਹਨ ਨਾ, ਝੂਠ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਅੱਗੇ ਕੋਈ ਵੀ ਨਹੀਂ ਟਿਕ ਸਕੇਗਾ। ਕੋਟਮ ਦੈ ਬਿਰਲਾ ਕੋ ਹੋ। ਕਰੋੜਾਂ ਵਿੱਚੋਂ ਮਹਾਰਾਜ ਇੱਕ ਹੋਵੇਗਾ ਜਿਹੜਾ ਇਹਨਾਂ ਵਿਸ਼ਿਆਂ ਵਿਕਾਰਾਂ ਤੋਂ ਬਚੇਗਾ। ਐਸੀ ਮੇਰੀ ਸਰਦਾਰੀ ਹੈ। ਜਗ ਮਹਿ ਕਰੀ ਲਥੇਰ ਪਥੇਰਾ। ਇਸ ਕਰਕੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਹਨ, ਜਗ ਮੈਂ ਕਰੀ ਲਥੇਰ ਪਥੇਰਾ। ਮਹਾਰਾਜ ਮੇਰੀਆਂ ਫੌਜਾਂ ਜਿਸ ਪਾਸੇ ਵੱਲ ਜਾਣਗੀਆਂ, ਮਲੀਆ ਮੇਟ ਕਰੀ ਜਾਣਗੀਆਂ ਸਭ ਦਾ। ਕਿਹੋ ਹੋ ਮਹਿ ਧੀਰਜ ਨਹਿਰਾ। ਮਹਾਰਾਜ ਮੇਰੇ ਯੁੱਗ ਵਿੱਚ ਕਿਸੇ ਕੋਲ ਸਤ, ਸੰਤੋਖ, ਧੀਰਜ, ਗਿਆਨ ਨਹੀਂ ਰਹੇਗਾ। ਕੋਟਮ ਵਾਸੀ ਸਭ ਚੜ ਮਾਰੇ। ਕਰੋੜਾਂ ਕਿਲਿਆਂ ਵਿੱਚ ਬੈਠੇ ਜਿਹੜੇ ਬੜੇ ਬੜੇ ਯਤੀ ਸਤੀ, ਮੈਂ ਚੜ ਚੜ ਕੇ ਉਹਨਾਂ ਨੂੰ ਮਾਰ ਦੇਵਾਂਗਾ। ਉਹਨਹਿ ਠਾਂਡ ਪਿਓ ਸਭ ਹਾਰੇ। ਮਹਾਰਾਜ ਮੇਰੇ ਸੂਰਮੇ ਅੱਗੇ ਕੋਈ ਨਹੀਂ ਅੜ ਸਕੇਗਾ। ਸਭ ਨਾਮ ਜੋ ਮੇਰੋ ਯੋਧਾ। ਮਹਾਰਾਜ ਇੱਕ ਮੇਰਾ ਹੋਰ ਬੜਾ ਵੱਡਾ ਯੋਧਾ ਹੈ। ਜੇ ਕਾਮ ਕ੍ਰੋਧ ਤੋਂ ਬਚ ਜਾਣਗੇ ਨਾ, ਇੱਕ ਪਖੰਡ ਨਾਮ ਦਾ ਮੇਰੇ ਕੋਲ ਯੋਧਾ ਹੋਵੇਗਾ। ਕਰੀ ਦ੍ਰਿਗ ਵਿਜੈ ਰਿਦ ਤਰ ਕੋਰਾ। ਮਹਾਰਾਜ ਸੱਚੇ ਪਾਤਸ਼ਾਹ ਦਿਗ ਵਿਜੇ ਪ੍ਰਾਪਤ ਕਰੇਗਾ ਮੇਰੇ ਸਮੇਂ ਵਿੱਚ। ਪਖੰਡ ਜਿਵੇਂ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਲੈ ਕਰ ਸੰਗ ਸਹਾਇਕ ਸੋ। ਇਸ ਪ੍ਰਕਾਰ ਦੇ ਨਾਲ ਕਲਯੁਗ ਆਪਣੀਆਂ ਫੌਜਾਂ ਮਹਾਰਾਜ ਜੀ ਨੂੰ ਗਣਾਉਂਦਾ ਹੈ। ਮਹਾਰਾਜ ਇਹ ਮੇਰੀਆਂ ਫੌਜਾਂ ਹਨ, ਮੇਰੀ ਫੌਜ ਤੋਂ ਕੋਈ ਬਚ ਨਹੀਂ ਸਕੇਗਾ। ਇਸ ਤਰੀਕੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਸਮਝਾਉਣ ਲੱਗੇ ਹਨ, ਭਾਈ ਅਸਲੀ ਸਰਦਾਰੀ ਕਿਸ ਦੇ ਪਾਸ ਹੈ? ਰਾਮ ਕਲੀ ਮਹੱਲਾ ਪਹਿਲਾ। ਰਾਮ ਕਲੀ ਰਾਗ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਉਚਾਰਨ ਕਰਦੇ ਹਨ। ਜਿਸ ਸਿਕਦਾਰੀ ਤਿਸਹਿ ਖੁਆਰੀ, ਚਾਕਰ ਕਹਿ ਡਰਨਾ। ਗਿਆਨ ਭਰਪੂਰ ਸਤਿਗੁਰੂ ਜੀ ਸ਼ਬਦ ਉਚਾਰਨ ਕਰਦੇ ਕਿ ਜਿਸ ਸਿਕਦਾਰੀ ਤਿਸੇ ਖੁਆਰੀ, ਚਾਕਰ ਕਿਹੜੇ ਡਰਨਾ। ਜਾਂ ਸਿਕਦਾਰੈ ਪਵੈ ਜੰਜੀਰੀ, ਤਾਂ ਚਾਕਰ ਹੱਥੋਂ ਮਰਨਾ। ਦੋਹਰਾ ਤੋਜੀ ਪਿਆ ਸਿਕਦਾਰ, ਜਗ ਹਮ ਚਾਕਰ ਕਰਤਾਰ। ਮਹਾਰਾਜ ਜੀ ਆਖਣ ਲੱਗੇ, ਕਲਯੁਗ ਜੇ ਤੇਰਾ ਸਮਾਂ ਤੂੰ ਸਮੇਂ ਦਾ ਕਲਯੁਗ ਦਾ ਸਰਦਾਰ ਹੈ, ਤੇ ਅਸੀਂ ਵੀ ਕਰਤਾਰ ਦੇ ਚਾਕਰ ਹਾਂ। ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ। ਕਲਯੁਗ ਜੇ ਤੂੰ ਸਰਦਾਰ ਹੈ ਤੇ ਅਸੀਂ ਵੀ ਕਰਤਾਰ ਦੇ ਚਾਕਰ ਹਾਂ। ਜਬ ਤੂੰ ਲੇਖਾਂ ਦਿਓ ਗੋ, ਹੋਵੇ ਬਸੀ ਹਮਾਰ। ਕਲਯੁਗ ਜਦੋਂ ਲੇਖਾ ਜੋਖਾ ਹੋਵੇਗਾ, ਉੱਥੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਕੋਲੋਂ ਲੇਖਾ ਲੈਣਗੇ। ਚੌਪਈ ਸੁਨ ਕਲ ਜਗ ਬੰਧਨ ਤਪਿਓ। ਹੁਣ ਕਲਯੁਗ ਦੇ ਹਿਰਦੇ ਵਿੱਚ ਕਾਂਬਾ ਛਿੜ ਗਿਆ, ਗੁਰੂ ਨਾਨਕ ਮਹਾਰਾਜ ਜੀ ਨੇ ਲੇਖਾ ਲੈਣਾ ਹੈ। ਮਹਾਰਾਜ ਜੀ ਆਖਣ ਲੱਗੇ, ਲੇਖਾ ਤਾਂ ਸਾਡੇ ਕੋਲੋਂ ਆਣ ਕੇ ਹੋਣਾ ਹੈ ਤੇਰਾ, ਤੇ ਕਲਯੁਗ ਜਿਹੜਾ ਹੈ ਅਧੀਨਤਾ ਵਿੱਚ ਆਇਆ। ਦੀਨ ਹੋਏ ਬੋਲਨ ਅਸਕੇਓ। ਬੜੀ ਨਿਮਰਤਾ ਵਿੱਚ ਆਣ ਕੇ ਬਚਨ ਕਰਨ ਲੱਗਾ ਹੈ। ਇਸੀ ਹੇਤ ਮੈਂ ਤੁਮ ਕੇ ਆਓ। ਮਹਾਰਾਜ ਇਸੇ ਕਰਕੇ ਤੇ ਆਪ ਜੀ ਦੇ ਪਾਸ ਆਇਆ, ਕਿਉਂਕਿ ਆਪ ਕਲਯੁਗ ਦੇ ਅਵਤਾਰ ਹੋ। ਇਸ ਕਰਕੇ ਮਹਾਰਾਜ ਆਪ ਜੀ ਦੇ ਸਾਹਮਣੇ ਆਇਆ ਹਾਂ। ਸ਼੍ਰੀ ਨਾਨਕ ਤੁਮ ਨਾਮ ਤਰਾਉ। ਤੁਹਾਡਾ ਨਾਮ ਨਾਨਕ ਨਿਰੰਕਾਰੀ ਹੈ। ਤੁਮ ਕਰਤਾਰ ਵਿਖੈ ਨਹਿ ਪੇਵਾ। ਮਾਰੀਆਂ ਮਹਾਰਾਜ ਮੇਰੀਆਂ ਕੁਝ ਭੇਟਾਵਾਂ ਹਨ, ਕਿਰਪਾ ਕਰੋ ਮੇਰੀ ਭੇਟਾ ਆਪਣੇ ਦਰ ਤੇ ਪ੍ਰਵਾਨ ਕਰੋ। ਏਕ ਓੰਕਾਰ ਦਵੇ ਪਤ ਦੇਵਾ। ਤੁਸੀਂ ਏਕ ਓੰਕਾਰ ਤੇ ਦੇਵਤਿਆਂ ਦੇ ਪਤੀ ਹੋ। ਭੇਟਾ ਲਿਹੋ ਕਿਤਾਰਥ ਕਰੀਏ। ਮਹਾਰਾਜ ਕੁਝ ਭੇਟਾਵਾਂ ਲੈ ਕੇ ਮੈਨੂੰ ਕਰਤਾਰਥ ਕਰੋ ਤੇ ਮੇਰੇ ਗੁਨਾਹ ਮਾਫ ਕਰ ਦਿਓ। ਦੋਹਰਾ ਕੰਚਨ ਮੰਦਰ ਸੁੰਦਰ ਰਤਨ, ਜੜੈ ਜਹ ਮਾਹੇ। ਮਹਾਰਾਜ ਜੀ ਆਖਣ ਲੱਗੇ, ਕਲਯੁਗ ਕੀ ਭੇਟਾ ਹੈ ਤੇਰੇ ਕੋਲ? ਆਖਣ ਲੱਗਾ, ਮਹਾਰਾਜ ਸੋਨੇ ਦੇ ਬਣੇ ਹੋਏ ਮੰਦਰ ਹਨ,
ਹੀਰੇ ਜੜੇ ਹੋਏ ਹਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਉਹਨਾਂ ਮਹਿਲਾਂ ਵਿੱਚ। ਮੋਤੀ ਕੀ ਤੋਰਨ ਰੁਚਰ ਅਤ ਸੁਗੰਧ ਹੈ ਜਾਹੇ। ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਹਨ ਉਹਨਾਂ ਸੁੰਦਰ ਮਹਿਲਾਂ ਵਿੱਚ। ਸੋਨੇ ਦੇ ਬਣੇ ਹੋਏ ਮਹਿਲ ਤੇ ਮੋਤੀ ਮੁਕਤਾ ਵੱਲ ਜੜੇ ਹੋਏ ਹਨ ਤੇ ਭਿੰਨ ਭਿੰਨ ਦੀਆਂ ਸੁਗੰਧੀਆਂ ਹਨ। ਚੌਪਈ ਕਸਤੂਰੀ ਕੁਗੂ ਛਿੜਕਾਵੋ। ਮਹਾਰਾਜ ਬੜੇ ਪ੍ਰਕਾਰ ਦਾ ਛਿੜਕਾ ਕੀਤਾ ਹੋਇਆ ਜਿਹੜਾ ਉਹਨਾਂ ਮਹਿਲਾਂ ਵਿੱਚ ਜਾ ਕੇ ਆਪਣਾ ਆਸਣ ਕਰੇਗਾ ਭਰਪੂਰ ਆਨੰਦ ਆਵੇਗਾ। ਚੰਦਨ ਕੇ ਸੁਭ ਲੇਪ ਕਰਾਵੋ। ਮਹਾਰਾਜ ਚੰਦਨ ਦੀ ਲਿਪਾਈ ਕੀਤੀ ਹੋਈ ਤੇ ਚੰਦਨ ਦਾ ਛਿੜਕਾਓ ਕੀਤਾ ਹੋਇਆ। ਚਲੋ ਅਬੈਜ ਹੈ ਤਹ ਮੰਦਰ ਮਾਹੀ। ਮਹਾਰਾਜ ਕਿਰਪਾ ਕਰੋ ਇਹ ਭੇਟਾ ਮੇਰੀ ਸਵੀਕਾਰ ਕਰੋ। ਸੋਨੇ ਦਾ ਬਣਿਆ ਹੋਇਆ ਘਰ ਤੇ ਉਸ ਦੇ ਵਿੱਚ ਹੀਰੇ ਅਤੇ ਮੋਤੀ ਜੜੇ ਹੋਏ ਹਨ ਗਰੀਬ ਨਿਵਾਜ। ਉਹਨਾਂ ਮਹਿਲਾਂ ਵਿੱਚ ਆਪਣਾ ਆਸਣ ਕਰੋ। ਮਹਾਰਾਜ ਚਰਨ ਪਾ ਦਿਓ। ਤੁਮ ਇੱਛਾ ਜੇ ਲਗਾਓ ਇਆਹੀ। ਮਹਾਰਾਜ ਤੁਮ ਇੱਛਾ ਜੇ ਲਿਆਓ ਇਆਹੀ। ਮਹਾਰਾਜ ਜੇ ਆਪ ਜਾਣਾ ਚਾਹੁੰਦੇ ਤੇ ਧੰਨ ਭਾਗ ਜੇ ਆਪ ਜੀ ਦੀ ਇੱਛਾ ਤੇ ਇੱਥੇ ਮੰਦਰ ਆ ਜਾਣਗੇ। ਲੇਹੋ ਉਪਾਇਨ ਇਹ ਗੁਣ ਖਾਨੀ। ਮਹਾਰਾਜ ਇਹ ਮੇਰੀ ਭੇਟਾ ਆਪ ਸਵੀਕਾਰ ਕਰੋ। ਕਲਯੁਗ ਗੁਰੂ ਨਾਨਕ ਮਹਾਰਾਜ ਜੀ ਨੂੰ ਆਖਣ ਲੱਗਾ ਸੁਨ ਸ਼੍ਰੀ ਨਾਨਕ ਉਚਰੀ ਬਾਣੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜਗਤ ਦੇ ਉਧਾਰ ਕਰਤਾ ਸਤਿਗੁਰੂ ਜੀ ਮਹਾਨ ਸ਼ਬਦ ਉਚਾਰਨ ਕਰਦੇ ਹਨ। ਕਲਯੁਗ ਇਹਨਾਂ ਮੰਦਰਾਂ ਦੇ ਨਾਲ ਸਾਡਾ ਕੀ ਸੰਬੰਧ ਹੈ। ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਊ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਉ। ਮਤ ਦੇਖ ਭੁੱਲਾ ਵਿਸਰੈ ਤੇਰਾ ਚਿਤ ਨ ਆਵੈ ਨਾਉ। ਕਲਯੁਗ ਹੀਰੇ ਮੋਤੀ ਲਾਲਾਂ ਦੇ ਨਾਲ ਜੜੇ ਹੋਏ ਮਹਿਲ ਹਨ ਤੇ ਤਰ੍ਹਾਂ ਤਰ੍ਹਾਂ ਦੇ ਛਿੜਕਾ ਕੀਤੇ ਹੋਣ। ਉਹਨਾਂ ਵਿੱਚ ਬੈਠ ਕੇ ਜੇ ਰੱਬ ਚੇਤੇ ਨਾ ਆਵੇ ਤੇ ਸਤਿਗੁਰੂ ਜੀ ਫਰਮਾਨ ਕਰਦੇ ਹਨ ਮਤ ਦੇਖ ਭੁੱਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਉ। ਉਹਨਾਂ ਮਹਿਲਾਂ ਵਿੱਚ ਬੈਠ ਕੇ ਜੇ ਪ੍ਰਮਾਤਮਾ ਦਾ ਨਾਮ ਚੇਤੇ ਨਹੀਂ ਕੀਤਾ ਤੇ ਉਹ ਜਿਹੜੇ ਮਹਿਲ ਹਨ ਉਹ ਡਰਾਉਣੇ ਹਨ। ਇਸ ਤਰੀਕੇ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਨ ਸ਼ਬਦ ਉਚਾਰਨ ਕਰਦੇ ਹਨ। ਕੁੰਡਲੀਆ ਛੰਦ ਪੁਨ ਕਲ ਜੁਗ ਬੋਲਤ ਪਿਓ ਜੇ ਤੁਮ ਲਿਓ ਨਾ ਇਹ। ਮਹਾਰਾਜ ਜੇ ਤੁਸੀਂ ਸੋਨੇ ਦੇ ਬਣੇ ਘਰ ਨਹੀਂ ਲੈਣੇ ਤੇ ਗਰੀਬ ਨਵਾਜ ਬੜੀਆਂ ਸੁੰਦਰ ਸੁੰਦਰ ਪਰੀਆਂ ਤੇ ਅਪਸ਼ਰਾਂ ਹਨ ਉਹ ਭੇਟਾ ਵਿੱਚ ਲੈ ਲਵੋ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਸ਼ਬਦ ਉਚਾਰਨ ਕੀਤਾ। ਫਿਰ ਮਹਾਰਾਜ ਨੂੰ ਆਖਣ ਲੱਗਾ ਮਹਾਰਾਜ 9 ਨਿਧੀਆਂ ਤੇ 18 ਸਿੱਧੀਆਂ ਹਨ ਮਹਾਰਾਜ ਸੱਚੇ ਪਾਤਸ਼ਾਹ ਉਹ ਭੇਟਾ ਸਵੀਕਾਰ ਕਰੋ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਰਿੱਧ ਸਿੱਧ ਅਵਰਾ ਸਾਧ। ਰਿੱਧੀਆਂ ਸਦੀਆਂ ਦੇ ਨਾਲ ਪ੍ਰਮਾਤਮਾ ਦੀ ਪ੍ਰਸੰਨਤਾ ਨਹੀਂ ਪ੍ਰਾਪਤ ਹੋ ਸਕਦੀ ਤੇ ਆਖਣ ਲੱਗਾ ਮਹਾਰਾਜ ਜਗਤ ਦੀ ਬਾਦਸ਼ਾਹੀ ਹੈ ਕਿਉਂਕਿ ਮੈਂ ਸਮੇਂ ਦਾ ਸਰਦਾਰ ਹਾਂ। ਗਰੀਬ ਨਵਾਜ ਸੱਚੇ ਪਾਤਸ਼ਾਹ ਜਗਤ ਦੀ ਬਾਦਸ਼ਾਹੀ ਪ੍ਰਾਪਤ ਕਰ ਲਓ। ਤੇ ਮਹਾਰਾਜ ਜੀ ਸ਼ਬਦ ਉਚਾਰਨ ਕਰਦੇ ਸੁਲਤਾਨ ਹੋਵਾਂ ਮੇਲ ਲਸ਼ਕਰ ਤਖਤ ਰਾਖਾਂ ਪਾਉ। ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ। ਮਤ ਦੇਖ ਭੁੱਲਾ ਵਿਸਰੈ ਤੇਰਾ ਚਿਤ ਨ ਆਵੈ ਨਾਉ। ਕੀ ਹੋਵੇਗਾ ਜੇ ਰਾਜ ਭਾਗ ਪ੍ਰਾਪਤ ਹੋ ਜਾਵੇਗਾ ਤਖਤ ਉੱਤੇ ਮੇਰਾ ਆਸਣ ਹੋ ਜਾਵੇਗਾ ਪਰ ਜੇ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚੋਂ ਭੁੱਲ ਗਿਆ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਐਸੇ ਰਾਜ ਭਾਗ ਨੂੰ ਕੀ ਕਰਨਾ ਹੈ। ਇਹ ਮਹਾਨ ਸਤਿਗੁਰੂ ਜੀ ਉਪਦੇਸ਼ ਕਲਯੁਗ ਦੇ ਨਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਰ ਰਹੇ ਹਨ। ਪ੍ਰਸੰਗ ਬਹੁਤ ਲੰਬੇਰਾ ਹੈ। ਫਿਰ ਕਿਤੇ ਸਮਾਂ ਮਿਲਿਆ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਆਪਾਂ ਨੇ ਇਸ ਤੋਂ ਅਗਲੇਰਾ ਇਤਿਹਾਸ ਸਰਵਣ ਕਰਨਾ ਹੈ। ਹੁਣ ਕਲਯੁਗ ਬਾਰ-ਬਾਰ ਬੇਨਤੀਆਂ ਕਰਦਾ ਮਹਾਰਾਜ ਕੁਝ ਤਾਂ ਭੇਟਾ ਮੇਰੀ ਮਨਜ਼ੂਰ ਕਰੋ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਚੌਥੇ ਜਾਮੇ ਵਿੱਚ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਤੇਰੀ ਭੇਟਾ ਸਵੀਕਾਰ ਹੋਵੇਗੀ ਤੇ ਜਿੰਨੀ ਮਰਜ਼ੀ ਤੂੰ ਮਾਇਆ ਦੀ ਵਰਖਾ ਕਰੀ ਜਾਵੇਂ। ਕਹਿਣ ਤੋਂ ਭਾਵ ਹੈ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋ ਹੈ। ਇਸ ਤਰੀਕੇ ਦੇ ਨਾਲ ਕਲਯੁਗ ਦੇ ਉਧਾਰ ਕਰਤਾ ਗੁਰੂ ਨਾਨਕ ਦੇਵ ਮਹਾਰਾਜ ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਲ ਤਾਰਨ ਗੁਰ ਨਾਨਕ ਆਇਆ। ਬੇਅੰਤ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ। ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ ਯੋਗ ਹਨ। ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ। ਸੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਗ੍ਰੰਥੀ ਸਭਾ ਮਕੇਰੀਆਂ ਦਿਹਾਤੀ ਵੱਲੋਂ ਸਤਿਗੁਰੂ ਜੀ ਦੀ ਕਿਰਪਾ ਦੇ ਸਦਕਾ ਇਹ ਬੜਾ ਵੱਡਾ ਇੱਕ ਮਹਾਨ ਉਪਰਾਲਾ ਸਾਹਿਬਾਂ ਨੇ ਕਰਵਾਇਆ। ਸਤਿਗੁਰੂ ਜੀ ਦੀ ਕਿਰਪਾ ਦੇ ਸਦਕਾ ਅੱਜ ਸੋ ਸਮਾਪਤੀ ਦੇ ਸਮਾਗਮ ਹਨ ਜਿਹੜੇ ਚੌਥਾ ਸਮਾਗਮ ਆਪ ਜੀ ਦੇ ਨਗਰ ਵਿੱਚ ਹੈ। ਆਪ ਜੀ ਦੇ ਬਹੁਤ ਵੱਡੇ ਭਾਗ ਹਨ।
ਇਹ ਵੀ ਗੁਰੂ ਦੀ ਕਿਰਪਾ ਤੋਂ ਬਿਨਾ ਨਹੀਂ ਹੋ ਸਕਦਾ। ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ। ਸਾਰੀ ਸੰਗਤ ਦਾ, ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ, ਸਾਡੇ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਜਿਹੜੇ ਮੁੱਖ ਸੇਵਾਦਾਰ ਹਨ, ਆਪ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਾਡੇ ਵੀਰ RS7 ਰਿਕਾਰਡਿੰਗ ਵਾਲੇ ਜਿਹੜਾ ਸਾਰਾ ਪ੍ਰੋਗਰਾਮ ਨੂੰ ਰਿਕਾਰਡਿੰਗ ਕਰ ਰਹੇ ਹਨ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।